ਉਹਦੇ ਵਚਨਾਂ ਵਿੱਚ ਕੁਝ ਨਾ ਵਧਾ, ਉਹਦੇ ਵਚਨਾਂ ਵਿੱਚੋਂ ਕੁਝ ਨਾ ਵਧਾ, ਕਿਤੇ ਕਿਉਂ ਨਾ ਹੋਵੇ ਵੀ ਉਹ ਤੈਨੂੰ ਤਾੜੇ ਅਤੇ ਤੂੰ ਝੂਠ ਨਹੀਂ। ਤੂੰ ਉਹਦੇ ਵਚਨਾਂ ਵਿੱਚ ਕੁਝ ਨਾ ਵਧਾ, ਕਿਤੇ ਐਵੇਂ ਨਾ ਹੋਵੇ ਕਿ ਉਹ ਤੈਨੂੰ ਤਾੜੇ ਅਤੇ ਝੂਠਾ ਨਿਕਲੇ। ਹਾਲੇਲੂਇਆ। और एक आयत ਅਸੀਂ ਹੋਰ ਪੜਾਂਗੇ ਬਾਈਬਲ ਦੀ ਅਖੀਰ ਦੀ ਕਿਤਾਬ ਪ੍ਰਕਾਸ਼ ਦੀ ਪੋਥੀ, ਉਹਦਾ ਅਖੀਰ ਦਾ ਅਧਿਆਇ 22 ਔਰ ਉਹਦੀ ਅਖੀਰ ਦੀ ਆਇਤ 18 ਵਿੱਚ ਇਹ ਪੜਾਂਗੇ। ਮੈਂ ਹਰ ਇੱਕ ਦੇ ਅੱਗੇ ਜਿਹੜਾ ਚੌਥੀ ਦੇ ਪ੍ਰਧਾਨ ਦੀਆਂ ਬਾਣੀਆਂ ਸੁਣਦਾ ਹੈ ਸਾਬੀ ਦਿੰਦਾ ਹਾਂ, ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਉਹ ਬਾਬਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ, ਅਤੇ ਜੋ ਕੋਈ ਇਸ ਅਗੰਮਵਾਗ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬ੍ਰਿਸ਼ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਹਦਾ ਹਿੱਸਾ ਘਟਾਵੇਗਾ। ਜਿਹੜਾ ਇਹਨਾਂ ਗੱਲਾਂ ਦੀ ਸਾਬੀ ਦਿੰਦਾ ਹੈ ਉਹ ਆਖਦਾ ਹੈ ਮੈਂ ਯਾਰ ਹਾਂ ਮੈਂ ਛੇਤੀ ਆਉਂਦਾ ਹਾਂ। ਆਮੀਨ। ਹਾਲੇਲੂਇਆ। ਲਿਖਿਆ ਕਿ ਮੈਂ ਹਰੇਕ ਉਸ ਅੱਗੇ ਜੋ ਇਸ ਪੁਸਤਕ ਦੀਆਂ ਅਗੰਮਵਾਗ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ ਸਾਖੀ ਦਿੰਦਾ ਹਾਂ ਕਿ ਜੋ ਇਸ ਵਿੱਚੋਂ ਕੁਝ ਵਧਾਵੇਗਾ ਇਹ ਪਰਮੇਸ਼ਵਰ ਉਹ ਪਰਵਾਵਾਂ ਜੋ ਇਸ ਪੁਸਤਕ ਵਿੱਚ ਲਿਖੀਆਂ ਹਨ ਉਸ ਮਨੁੱਖ ਤੇ ਵਧਾਵੇਗਾ, ਔਰ ਜੇ ਕੁਝ ਘਟਾਵੇਗਾ ਤਾਂ ਜੀਵਨ ਦੇ ਰੂਪ ਵਿੱਚੋਂ ਉਹਦਾ ਹਿੱਸਾ ਕੱਟਿਆ ਜਾਵੇਗਾ। प्रभु अपने पढ़े गए वचन से बड़ी बरकत दे, ਅਸੀਂ ਬੈਠ ਸਕਦੇ ਹਾਂ। ਹਾਲੇਲੂਇਆ। ਅਸੀਂ ਦੋ ਥਾਂ ਤੋਂ ਪੜ੍ਹਿਆ ਹੈ। ਸਾਡਾ ਵਿਸ਼ਾ ਹੈ ਛੋਟਾ ਜਿਹਾ ਨਾ ਵਧਾਉਣਾ ਤੇ ਨਾ ਘਟਾਉਣਾ। ਹਾਲੇਲੂਇਆ। ਨਾ ਵਧਾ ਤੇ ਨਾ ਘਟਾ। ਕਾਹਦੇ ਚ? ਪਰਮੇਸ਼ਵਰ ਦੇ ਵਚਨ ਦੇ ਵਿੱਚ। ਹਾਲੇਲੂਇਆ। ਅਕਸਰ ਕੀ ਹੁੰਦਾ ਹੈ ਅੱਜ ਧਰਤੀ ਦੇ ਉੱਤੇ ਬਹੁਤ ਸਾਰੇ ਧਾਰਮਿਕ ਗ੍ਰੰਥ ਹਨ, ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਹਨ, ਬਹੁਤ ਸਾਰੇ ਧਰਮ ਹਨ, ਬਹੁਤ ਸਾਰੇ ਗਿਆਨ ਹਨ ਜਿਹਨਾਂ ਨੂੰ ਲੋਕ ਪੜ੍ਹਦੇ ਨੇ, ਸੁਣਦੇ ਨੇ ਔਰ ਆਪਣੇ ਆਪਣੇ ਵਿਚਾਰਾਂ ਦੇ ਨਾਲ ਉਹਦਾ ਤਰਜਮਾ ਕਰਦੇ ਨੇ। ਹਾਲੇਲੂਇਆ। ਪਰ ਕੀ ਹੁੰਦਾ ਹੈ ਇੱਕ ਮਨੁੱਖ ਕੋਈ ਹੁੰਦਾ ਹੈ ਉਹ ਕਿਸੇ ਇੱਕ ਪੁਸਤਕ ਨੂੰ ਲੈਂਦਾ ਹੈ, ਇੱਕ ਗ੍ਰੰਥ ਨੂੰ ਲੈਂਦਾ ਹੈ ਤੇ ਉਹਦੀਆਂ ਕੁਝ ਗੱਲਾਂ ਲੈ ਕੇ ਵਿੱਚ ਆਪਣਾ ਦਿਮਾਗ ਪਾੜ ਦਿੰਦਾ ਹੈ, ਆਪਣਾ ਤਰਜਮਾ ਆਪਣਾ ਅਨੁਵਾਦ ਉਹਦੇ ਵਿੱਚ ਜਮ੍ਹਾਂ ਕਰ ਦਿੰਦਾ ਹੈ। ਜਿਹੜੀਆਂ ਗੱਲਾਂ ਮਨੁੱਖ ਨੂੰ ਚੰਗੀਆਂ ਲੱਗਦੀਆਂ ਨੇ ਉਹ ਉਹਨੂੰ ਵਧਾ ਦਿੰਦਾ ਹੈ ਤੇ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਉਹ ਵਿੱਚੋਂ ਘਟਾ ਦਿੰਦਾ ਹੈ। ਹੁਣ ਉਦਾਹਰਨ ਦੇ ਤੌਰ ਤੇ ਜੇ ਤੁਸੀਂ ਇੱਕ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਕਹੋ ਕਿ ਭਾਈ ਤੂੰ ਚਰਚ ਜਾਣਾ ਹੈ, ਬਾਈਬਲ ਪੜ੍ਹਦਾ ਹੈ, ਤੂੰ ਸ਼ਰਾਬ ਨਾ ਪੀਆ ਕਰ, ਤੇ ਉਹ ਕੀ ਕਹੇਗਾ? ਉਹ ਕਹੇਗਾ ਉਹਦੇ ਕੋਲ ਤਰਕ ਹੈ ਦੱਸਣ ਦੇ ਲਈ। ਜਿਹੜੇ ਬਹੁਤ ਸਾਰੇ ਈਸਾਈ ਲੋਕ ਤਰਕ ਦਿੰਦੇ ਨੇ ਵੀ ਨੂਹ ਨਬੀ ਨੇ ਤੇ ਆਪ ਸ਼ਰਾਬ ਬਣਾਈ ਸੀ। ਹਾਲੇਲੂਇਆ। ਇਹ ਕੀ ਹੈ? ਵਚਨ ਦੇ ਵਿੱਚ ਵਧਾਉਣਾ। ਬਾਈਬਲ ਕਿਤੇ ਸਾਨੂੰ ਨਹੀਂ ਸਿਖਾਉਂਦੀ ਕਿ ਨੂਹ ਨਬੀ ਨੇ ਸ਼ਰਾਬ ਬਣਾਈ ਸੀ। ਬਾਈਬਲ ਪੌਲੁਸ ਕਹਿੰਦਾ ਹੈ ਕਿ ਸ਼ਰਾਬ ਪੀਣ ਵਾਲੇ ਵਿਅਕਤੀ ਸਵਰਗ ਰਾਜ ਵਿੱਚ ਦਾਖਲ ਨਹੀਂ ਹੋਣਗੇ, ਤੇ ਉਹ ਇਸ ਆਇਤ ਨੂੰ ਕੀ ਕਰਦੇ ਨੇ? ਘਟਾ ਦਿੰਦੇ ਨੇ, ਘੱਟ ਦਿੰਦੇ ਨੇ। ਉਹ ਕਹਿੰਦੇ ਕਿ ਕੁਛ ਲੋਕਾਂ ਦਾ ਕਹਿਣਾ ਕੀ ਹੈ ਕਿ ਦਿਲ ਜਿਹੜਾ ਹੈ ਨਾ ਉਹ ਬੰਦੇ ਦਾ ਸਾਫ਼ ਹੋਣਾ ਚਾਹੀਦਾ ਜੀ, ਖਾਣ ਪੀਣਾ ਕੁਛ ਨਹੀਂ ਹੁੰਦਾ। ਹਾਂਜੀ, ਜੋ ਮਰਜ਼ੀ ਗੰਦ ਖਾ ਲਓ ਕੁਛ ਨਹੀਂ ਹੁੰਦਾ, ਬਸ ਬੰਦਾ ਦਿਲ ਸਾਫ਼ ਹੋਣਾ ਚਾਹੀਦਾ। ਪਰ ਨਹੀਂ, ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਸੰਪੂਰਨ ਵਚਨ ਬਾਈਬਲ
जो की है परमेश्वर लिखती रूप में। परमेश्वर कहता है कहानी किताब में सुलेमान ने लिखा, सुलेमान जो धरती के उत्ते प्रभु यीशु मसीह तो बाद धरती के उत्ते जे कोई बात रख ले यीशु तो बाद सुलेमान से पहला आया, पर प्रभु यीशु मसीह तो अलावा जे धरती के उत्ते कोई बहुत बुद्धिमान व्यक्ति होया है तो कौन है? सुलेमान। हालेलुया। सुलेमान दाऊद का पुत्र सी और सब तो बुद्धिमान व्यक्ति, और वो कहता कि तू ओदे वचना विच कुछ ना बढ़ा। हालेलुया। परमेश्वर के वचना विच बाइबल दे विच कुछ ना बढ़ा, किते ऐ ना होवे कि ओ तेनू ताड़े ते तू की निकले झूठा निकले। ओ तेनू पूछे पिया गल किथे है ते तू आखे भी फलानी थां ते उत्थे बाइबल च होवे ना ते तू झूठा निकले। हालेलुया। हालेलुया। आज लोग खुद बाइबल नहीं पढ़ते, खुद प्रचार नहीं सुनते, खुद जे अक्सर मैंने संदेश की गल करिए तो नबी का संदेश नहीं पढ़ते, नबी दी गल्लां नहीं पढ़ते, बस अपनी ही किसी गल नूं लैके जिहड़ी वचन नाल मेल नहीं खाती ते कह देंगे जी बाइबल च लिखा है, ते कह देंगे जी नबी ने कहा है, पर नबी ने वो गल किते नहीं कही होंदी, बाइबल ने वो गल किते नहीं कही होंदी, ते लोग अपने पसंद दीयां गल्लां मनाउण वास्ते बाइबल के तर्जमे नूं बढ़ा करते हैं। हालेलुया। बहुत सारे प्रचारक हज़ारे प्रचारक धरती उत्ते ने जो यीशु मसीह का प्रचार करते हैं, जो चंगाइयां दिंदे ने, जो अचंभे करते हैं, पर उन्हां दीयां कईयां होईयां गल्लां बाइबल च नजर नहीं आउंदियां। हालेलुया। हालेलुया। बहुत सारे लोग कहते जी, मैं किसी का नाम लवांगा, बहुत सारे लोग कहते जी फलानी मां दे ते उदाहरण के तौर पर असीं एक गल लईए, असीं प्रभु भोज देखते हैं, बाइबल बयान करती है कि प्रभु भोज जो प्रभु यीशु ने किया वो शामां दे वेले किया। हालेलुया। हालेलुया। और जिस रात यीशु ने खवाया जाना सी उसने शाम को किया, और प्रभु भोज को अंग्रेजी के विच जो लफ्ज़ दिता गया वो लॉर्ड्स सपर कहा गया है। हालेलुया। ते सपर जिहड़ा भोजन है वो दोपहर के खाने ते रात के खाने के विचकार होता है। लंच ते डिनर के विचकार दरमियाने समय विच करीब 4-5-6 बजे नाल जो भी चीज़ खाधी जाती है तो उसकी क्या है? सपर। हालेलुया। ते इसमें लॉर्ड्स सपर कहा गया, और प्रभु भोज लोग दिने करी जाते, सवेरे लोग दोपहर करी जाते 11-12 बजे। हालेलुया। ते प्रभु ने बाइबल च लिखा है कि पतीली रोटी यानी कि ताज़ी रोटी के नाल लोग ताज़ी रोटी, ते लोग की करते हैं ब्रेड के नाल। ब्रेड की है ताज़ी होती है नहीं, उसमें खमीर मिला है। हालेलुया। और बाइबल बयान करती है कि परमेश्वर के वचन के विच लिखा कि उसने जब प्रभु भोज किया उसने पहला रोटी लई चेलियां नूं दित्ती ते क्या कि ये मेरा बदन है जो तुहाडे लई तोड़िया जाता है, मेरी यादगारी में इसी तरह करया करो। ते उस तो बाद उसने मैद का प्याला लिया, दाग रस का प्याला लिया ते चेलियां नूं दित्ता कि ये मेरा लहू है जो तुहाडे लई बहाया जाता है, तुसीं मेरी यादगारी में इस तरह करया करो। हालेलुया। आज लोग की करते हैं, आज बड़े बड़े गिरजियां दे विच बड़े बड़े प्रचारक की करते हैं ब्रेड ते चाह दे नाल की करते हैं? प्रभु भोज करते हैं। हालेलुया। अंगूरां दे जूस दे नाल प्रभु भोज करते हैं। एक गल सानू बाइबल च किते नजर नहीं आती, और परमेश्वर का वचन कहता है ओदे वचना विच कुछ ना वधा, किते ऐ ना होवे कि ओ तैनूं ताड़े ते तू झूठा निकले। इसका मतलब ये है कि सुलेमान के समय विच भी, जब पिछले समय विच भी लोग वचन के विच वाधे घाटे करते रहते हैं। हालेलुया। फकी फरीसी सदूकी ग्रंथी जिहड़े यीशु मसीह के समय धरती उत्ते वचन नूं सिखाउण वाले सन, वो अपने अपने मतलब दीयां गल्लां प्रचार करते सन ते जिहड़ियां उन्हां दे खिलाफ होंदियां सन प्रचार नहीं करते सन। इसलिए प्रभु ने कहा तुसीं की करते हो, मच्छर पुण के पींदे हो
ਤੇ ਊਠ ਸਿੱਧਾ ਹੀ ਨਿਕਲ ਜਾਂਦੇ ਹੋ। ਯੈਸ ਹਾਲੇਲੂਇਆ। ਹਾਲੇਲੂਇਆ। ਅੱਜ ਦੇ ਪ੍ਰਚਾਰਕਾਂ ਦਾ ਇਹੀ ਹਾਲ ਹੈ, ਉਹ ਮੱਛਰ ਪੋੜ ਕੇ ਪੀਣਗੇ ਜੀ ਅਸੀਂ ਬਹੁਤ ਧਰਮੀ ਹੁੰਦੇ ਹਾਂ, ਅਸੀਂ ਤੇ ਦੇਖੋ ਜੀ ਅਸੀਂ ਆਹ ਨਹੀਂ ਕਰਦੇ, ਅਸੀਂ ਉਹ ਨਹੀਂ ਕਰਦੇ, ਅਸੀਂ ਝੂਠ ਨਹੀਂ ਬੋਲਦੇ, ਅਸੀਂ ਵਿਚਾਰ ਨਹੀਂ ਕਰਦੇ, ਅਸੀਂ ਸ਼ਰਾਬ ਨਹੀਂ ਪੀਂਦੇ, ਅਸੀਂ ਉਹ ਨਹੀਂ ਕਰਦੇ, ਅਸੀਂ ਉਹ ਨਹੀਂ ਕਰਦੇ। ਪਰ ਜਿਹੜੀਆਂ ਗੱਲਾਂ ਉਹਨਾਂ ਦੇ ਜੀਵਨ 'ਚ ਗਲਤ ਆਈਆਂ ਜਾਂਦੀਆਂ ਉਹਨਾਂ ਦੇ ਕੋਈ ਪ੍ਰਚਾਰ ਨਹੀਂ ਕਰਦੇ। ਹਾਲੇਲੂਇਆ। ਪ੍ਰਭੂ ਨੇ ਕਿਹਾ ਤੁਸੀਂ ਕੀ ਕਰਦੇ ਹੋ, ਤੁਸੀਂ ਕਪੜਾ ਦੇ ਉੱਤੇ ਫੇਰੀ ਹੋਈ ਸਫੇਦੀ ਵਰਗੇ ਜਿਨ੍ਹਾਂ ਦੇ ਨੂੰ ਸਰਿਆਮ ਹੁੰਦੀ, ਉੱਤੋਂ ਦੇ ਬੜੇ ਚਿੱਟੇ ਨਜ਼ਰ ਆਉਂਦੇ ਹੋ, ਪਰ ਅੰਦਰ ਤੁਹਾਡੇ ਗਲੀਆਂ ਸੜੀਆਂ ਹੱਡੀਆਂ ਦੀ ਸਰਿਆਮ ਹੁੰਦੀ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਜਿਹੜਾ ਕੋਈ ਪਰਮੇਸ਼ਰ ਦੇ ਵਚਨ ਦੇ ਵਿੱਚ ਕੁਝ ਵਧਾਵੇਗਾ ਤੇ ਉਹ ਸਰਾਪ, ਉਹ ਬਵਾਵਾਂ ਜਿਹੜੀਆਂ ਵਚਨ 'ਚ ਲਿਖੀਆਂ ਗਈਆਂ ਨੇ ਪਰਮੇਸ਼ਰ ਉਸ ਮਨੁੱਖ ਉੱਤੇ ਵਧਾਵੇ, ਬਿਮਾਰੀਆਂ, ਪਰੇਸ਼ਾਨੀਆਂ। ਤੇ ਜੇ ਕੁਝ ਘਟਾਵੇਗਾ ਤੇ ਪਰਮੇਸ਼ਰ ਦੇ ਰਾਜ ਵਿੱਚੋਂ, ਜੀਵਨ ਦੇ ਰੁੱਖ ਵਿੱਚੋਂ ਉਸ ਮਨੁੱਖ ਦਾ ਹਿੱਸਾ ਕੱਟਿਆ ਜਾਏਗਾ। ਹਾਲੇਲੂਇਆ। ਸੋ ਬਾਈਬਲ ਇੱਕ ਸੰਪੂਰਨ ਵਚਨ ਹੈ ਜਿਹਦੇ ਵਿੱਚ ਅਸੀਂ ਕੁਝ ਵੀ ਵਧਾ ਘਟਾ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਆਹ ਗੱਲ ਨਹੀਂ ਜੀ ਮੰਨਣੀ। ਹਾਲੇਲੂਇਆ। ਅਸੀਂ ਇਹ ਗੱਲ ਨਹੀਂ ਜੀ ਮੰਨਣੀ। ਹੁਣ ਉਦਾਹਰਨ ਦੇ ਤੌਰ ਤੇ ਬਾਈਬਲ ਦੇ ਵਿੱਚ ਲਿਖਿਆ ਆ ਖਾਸ ਕਰਕੇ ਭੈਣਾਂ ਨੂੰ ਕਿ ਹੇ ਭੈਣੋ ਤੁਹਾਡਾ ਸ਼ਿੰਗਾਰ ਬਾਰ-ਬਾਰ ਨਾ ਹੋਵੇ। ਹਾਲੇਲੂਇਆ। ਹਾਲੇਲੂਇਆ। ਭਾਰੇ ਮੁੱਲ ਦੇ ਵਸਤਰ ਨਾ ਹੋਣ। ਹਾਲੇਲੂਇਆ। ਤੇ ਲਿਖਿਆ ਵੀ ਇਹ ਜੋ ਆਰਟੀਫਿਸ਼ਲ ਮੇਕਅਪ ਜੋ ਹੈ, ਮੂੰਹ ਦੇ ਰੰਗ ਲਾਏ ਜਾਂਦੇ ਹਨ, ਇਹਨਾਂ ਤੋਂ ਬਾਈਬਲ ਬਿਲਕੁਲ ਪਰਹੇਜ਼ ਕਰਨ ਨੂੰ ਕਹਿੰਦੀ। ਪਰ ਅੱਜ ਵੱਡੇ ਵੱਡੇ ਚਰਚਾਂ ਦੇ ਅੰਦਰ, ਵੱਡੇ ਵੱਡੇ ਗਰੁੱਪਾਂ ਅੰਦਰ ਤੁਹਾਨੂੰ ਫੈਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਤੁਹਾਨੂੰ ਇਹ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਤੁਸੀਂ ਮਸੀਹੀ ਗਾਣੇ ਲਾ ਕੇ ਭੰਗੜੇ ਪਾ ਸਕਦੇ ਹੋ। ਹਾਲੇਲੂਇਆ। ਤੁਸੀਂ ਮਸੀਹੀ ਗਾਣੇ, ਰੌਕ ਐਂਡ ਰੋਲ ਮਿਊਜ਼ਿਕ ਦੇ ਉੱਤੇ, ਜੈਜ਼ ਤੇ ਪੌਪ ਜਿਹੜੇ ਮਿਊਜ਼ਿਕ ਹਨ, ਇਹੋ ਜਿਹੇ ਔਰ ਜਿਹੜੇ ਧੜੱਲੇਦਾਰ ਧੂਮ ਧੜਕੇ ਵਾਲੇ ਮਿਊਜ਼ਿਕ ਨੇ, ਉਹਨਾਂ ਦੇ ਉੱਤੇ ਤੁਸੀਂ ਮਸੀਹੀ ਗੀਤ ਲਾ ਕੇ ਤੇ ਭੰਗੜੇ ਪਾ ਸਕਦੇ ਹੋ। ਤੁਸੀਂ ਡਾਂਸ ਕਰ ਸਕਦੇ ਹੋ, ਤੁਸੀਂ ਫੈਸ਼ਨ ਕਰ ਸਕਦੇ ਹੋ। ਔਰਤਾਂ ਵਾਲ ਕਟਾ ਸਕਦੀਆਂ ਨੇ ਤੇ ਔਰਤਾਂ ਪ੍ਰਚਾਰ ਕਰ ਸਕਦੀਆਂ ਨੇ। ਪਰ ਬਾਈਬਲ 'ਚ ਲਿਖਿਆ ਆ ਕਿ ਲੰਬੇ ਵਾਲ ਔਰਤ ਨੂੰ ਪਰਦੇ ਦੇ ਨਾਂ ਦੇ ਦਿੱਤੇ ਹੋਏ ਹਨ। ਹਾਲੇਲੂਇਆ। ਲਿਖਿਆ ਜੇ ਔਰਤ ਵਾਲ ਕਟਾਉਂਦੀ ਆ ਤੇ ਇਹਦੇ ਨਾਲ ਚੰਗਾ ਕਿ ਆਪਣਾ ਸਿਰ ਹੀ ਨਵਾ ਲਵੇ, ਪੂਰੀ ਗੱਜੀ ਹੋ ਜੇ। ਹਾਲੇਲੂਇਆ। ਤੇ ਲਿਖਿਆ ਇਹ ਉਹਦੇ ਲਈ ਸ਼ਰਮ ਦੀ ਗੱਲ ਹੈ। ਹਾਲੇਲੂਇਆ। ਔਰ ਲਿਖਿਆ ਕਿ ਕਲੀਸਿਆ ਦੇ ਅੰਦਰ ਔਰਤ ਚੁੱਪ ਕਰਕੇ ਬੈਠੇ, ਸਲਾਹ ਨਾ ਦੇਵੇ, ਬੋਲੇ ਨਾ। ਪਰ ਅੱਜ ਔਰਤਾਂ ਚਰਚਾਂ ਦੀਆਂ ਪ੍ਰਚਾਰਕ ਬਣੀਆਂ ਹੋਈਆਂ, ਪ੍ਰਚਾਰ ਕਰਦੀਆਂ ਹਨ, ਬੰਦਿਆਂ ਨੂੰ ਪ੍ਰਚਾਰ ਕਰਦੀਆਂ ਹਨ, ਕਲੀਸਿਆਂ ਨੂੰ ਪ੍ਰਚਾਰ ਕਰਦੀਆਂ ਹਨ। ਔਰ ਨਬੀ ਭਾਈ ਬ੍ਰਹਮ ਕਹਿੰਦਾ ਹੈ ਕਿ ਜਿਸ ਦੇਸ਼ ਦੀ ਆਗੂ ਔਰਤ ਹੁੰਦੀ ਹੈ ਜਾਂ ਹੋਵੇਗੀ, ਜਿਸ ਚੀਜ਼ 'ਚ ਔਰਤ ਦੀ ਲੀਡਿੰਗ ਹੋਵੇਗੀ, ਉਹ ਨਾਸ ਹੋ ਜਾਏਗੀ। ਹਾਲੇਲੂਇਆ। ਕਿਉਂ? ਕਿਉਂਕਿ ਇਹ ਇੱਕ ਅਜਿਹਾ ਪੜਾਅ ਹੈ, ਅਜਿਹਾ ਹਿੱਸਾ ਹੈ ਜਿਹੜਾ ਪਰਮੇਸ਼ਵਰ ਨੇ ਮੂਲ ਰਚਨਾ ਕਰਕੇ ਨਹੀਂ ਬਣਾਇਆ ਕਰ ਸਕਦਾ। ਔਰ ਇਹੀ ਇੱਕ ਰਸਤਾ ਹੈ ਜਿਹਦੇ ਰਸਤੇ ਤੇ ਜੋ ਗਲਤੀ ਦਾ ਕਾਰਨ ਬਣ ਸਕਦਾ ਹੈ। ਔਰ ਇਸੇ ਲਈ ਉੱਪਰ ਦੀ ਕਿਤਾਬ ਦੇ ਵਿੱਚ ਲਿਖਿਆ ਸਭ ਸਾਰੇ ਜੰਗਲੀ ਜਾਨਵਰਾਂ ਨਾਲੋਂ ਚਾਤਰ ਸਨ। ਉੱਪਰ 3 ਅਧਿਆਏ ਤੇ ਉਹਨੇ ਜਾ ਕੇ ਨਾ ਆਦਮ ਨੂੰ ਫਰਮਾਇਆ, ਨਾ ਉਹਨੇ ਕਿਸੇ ਜ਼ਮੀਨ ਦੇ ਜਾਨਵਰ ਨੂੰ ਫਰਮਾਇਆ, ਉਹਨੇ ਔਰਤ ਨੂੰ ਜਾ ਕੇ ਫਰਮਾਇਆ। ਹਾਲੇਲੂਇਆ। ਹਾਲੇਲੂਇਆ। ਇਸ ਕਰਕੇ ਅੱਜ ਤੁਸੀਂ ਦੇਖੋ ਜ਼ਿਆਦਾ ਭਰਮ, ਵਹਿਮ, ਪਖੰਡ, ਧੋਖੇ ਔਰਤਾਂ ਬਣਦੀਆਂ ਨੇ। ਯੈਸ। ਛੇਤੀ ਨਾਲ ਫਲਾਣਾ ਚੱਲੋ ਜੀ, ਉਹ ਤੁਹਾਡਾ ਕੰਮ ਹੋ ਜਾਏਗਾ। ਅੱਛਾ ਚਲੋ ਜੀ, ਇਦਾਂ ਹੁੰਦਾ ਜਾਂ ਨਹੀਂ ਹੁੰਦਾ? ਹਾਂਜੀ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਤੂੰ ਉਹਦੇ ਵਚਨਾਂ ਵਿੱਚ ਕੁਝ ਵੀ ਨਾ ਵਧਾ ਨਾ ਘਟਾ। ਇਹ ਜਿਹੜੀ ਬਾਈਬਲ ਸਾਨੂੰ ਦਿੱਤੀ ਗਈ ਹੈ ਇਹ ਸੰਪੂਰਨ ਹੈ। ਹੁਣ ਕਈ ਲੋਕ ਗੱਲ ਕਰਦੇ ਹਨ
कि फलाना गुरु, फलाना पीर, फलाना देवता या फलाना आपू जो है उसकी सिक्ख्या चंगी है, ठीक है, सिक्ख्या चंगी हो सकती है, सिक्ख्या किसी की भी माड़ी नहीं है। हालेलुया। सिक्ख्या किसी की भी माड़ी नहीं है। कोई धर्म तुहानू माड़ी गल नहीं सुनाता, कोई धार्मिक ग्रंथ तुहानू माड़ी गल नहीं सुनाता, पर सर्वशक्तिमान परमेश्वर की की योजना है ये सिर्फ बाइबल दसदी है। हालेलुया। सर्वशक्तिमान परमेश्वर की प्लानिंग है, कितना धरती को बनाया, कितना खत्म करेगा, कितना अगला युग होगा या अगली दुनिया होगी, बाइबल ही प्यार करती है। हालेलुया। सारी सच्चाई को बाइबल प्यार करती है। और अज की तरह एक धार्मिक ग्रंथ को लैके लोग अपने अपने विचार में जमा करके कुछ गल्लां घटा के कुछ बढ़ा के की करते हैं, एक नवा किताब नवी तैयार कर देते हैं। पर बाइबल च लिखा कि तू इस कुछ भी ना बढ़ा ते ना घटा, क्योंकि जे तू बढ़ाएगा तो तू झूठा निकलेगा। हम असं उदाहरण के तौर पर कैथलिक की बाइबल पढ़ लीए तो पूरी बाइबल में 66 किताबां ने, पर रोमन कैथलिक की बाइबल के अंदर 72 किताबां ने, 6 किताबां उन्होंने अपनी समझ के नाल ऐड की हुई हैं। हालेलुया। और तो मैं टीवी से सुन रहा सी, नबी भाई ब्राह्मण दी भविष्यवाणियां ने चाइना कोशिश कर रहा है तो एक होर वड्डे जिहड़े कंट्री ने कि सारे दुनिया के धर्मां नूं मिला के एक साझा धर्म तैयार किया। रूस, चाइना, अमरीका, ये सारी कंट्री मिलके एक धर्म तैयार करना। हम जो अकबर बादशाह, अकबर का जमाना सी, उन्हें एक धर्म तैयार किया, उसका नाम सी दीने इलाही। हालेलुया। दीने इलाही धर्म दे विच उन्हें किया जितने दुनिया के धर्म सन वो सारे धर्मां दी चंगियां चंगियां गल्लां ने लै लियां ते एक साझा जिहा धर्म बनाता कि किसी नूं कोई गल माड़ी ना लगे। पर अज तक धर्म नहीं लगदा। हालेलुया। इस करके संसार ते फिर जहा समा आ रहा है जब पोप रोमन कैथलिक का हेड बाइबल बयान कर दिया कि वो की करेगा, नबी भाई ब्राह्मण को खाने कीतियां कि वो सारे संसार में अपने मदद आ। हालेलुया। प्रकाश की पोथी विच मेरा ख्याल 17 अध्याय है या 13 या 17 तो लिखा कि दरिद्र का जिक्र होता है, तो लिखा दुनिया का बड़ा हिस्सा उस दरिद्रे के पीछे हो गया। हालेलुया। हालेलुया। तो दरिद्रा कौन है? वो दरिद्रा रोमन कैथलिक कलीसिया, पोप, ये सब दरिद्र का हिस्सा। हालेलुया। और अमेरिका, इटली, ये सब ये चीज़ां जिहड़ियां ने ये दरिद्र हैं जो बाइबल का बिगाड़ करते हैं, जो बाइबल के विच गलत तर्जमे छेड़ देते हैं। हुण असीं वड्डे दिन की गल करिए, रोज़ 2 महीनों क्रिसमस डे आ जाएगा, पर किते बाइबल ने सानूं नहीं सिखाया कि असीं क्रिसमस मनाइए। केवल यीशु मसीह ने कहा मेरी यादगारी में तुसीं की करया करो, प्रभु भोज करया करो। तो प्रभु भोज करन तो पहला यीशु मसीह ने की कीते, चेलियां दे पैर धोते। चेलियां ने कहा प्रभु तू गुरु हो के साडे पैर धोना, ते प्रभु ने कहा जे मैं गुरु हो के तुहाडे धो सकदा हां तो तुसीं मेरे तो बाद एक दूसरे के नाल इस तरह ही करया करो। पैर धोण दा मतलब एक दूसरे के प्रति नीवे हो कि ये फलाना भाई निर्दोचा है, फलानी भैन निर्दोची है, मैं ये तो नीवा। पर अज की है, अज कोई नहीं कहता कि मैं फलाना तो नीवा, सारे कहते नहीं जी जिन्ना सानू पता उन्ना के होर पता ही नहीं, जिन्ना ज्ञान साडे कोल है उन्ना साडे कोल अलावा होर किसी कोल है ही नहीं। हालेलुया। हालेलुया। सुन रहे हो? सुन रहे हो ना? सिर थले ना। हालेलुया। हालेलुया। मैं बाइबल बयान करती है
मैं तुहानूं दसना चाहता हाँ कि बहुत सारे थावां ते करीब 90-95% जो चर्च लग रहे हैं वो बाइबल का संपूर्ण प्रचार नहीं करते, संपूर्ण विश्वास नहीं करते। एक कहता जी, मैं शायद पिछले दसन एक कहता जी पौलुस से जोड़ा है बड़ा माड़ा होता है, कहता पौलुस कहता कि मेरे को जो मैं करना चाहता हाँ वो होता नहीं, जो नहीं करना चाहता हो जाता है। तो कहता पौलुस ने कहा कि मसीह यीशु पापियों को बचाने आया जिन्होंने सब तो बड़ा पापी मैं हूँ। तो कहता ये सिद्ध करता है कि पौलुस जिहड़ा सी बहुत पापी होता है। मैं कहा कि पौलुस की ये भली नहीं है कि अपने आप को पापी दस रहा है, हालेलुया। पर ਇਹਦਾ मतलब ये नहीं कि गंदा बंदा सी जां पापी बंदा सी, पौलुस हलीन सी और बाइबल के नवे नेम का अत्यों वध हिस्सा जिहड़ा है वो ते पौलुस ने लिखिया है। तो जो बंदा ठीक नहीं सी तो तुसीं उहदियां गल्लां किदां मंनोगे? इस करके अज लोग सुनिया सुनाइया गल्लां मान लैंदे हन, सुनिया सुनाइया गल्लां ते विश्वास कर लैंदे हन। पर यीशु मसीह ने कहा ना इस वचन दे विच कुछ घटाउणा है ना कुछ वधाउणा है। जे कोई सेवकाई, जे कोई प्रचारक, जे कोई सिक्खक तुहानूं कोई सिक्ख्या दिंदा भी है, हो सकदा है वो सिक्ख्या बहुत चंगी लगदी होवे, हो सकदा है और बहुत बड़े बड़े अचंभे काम हो रहे होण, पर जे वो बाइबल के नाल मेल नहीं खाती तो फिर की है? अच्छा, तुसीं साधु सुंदर सिंह दी किताबां शायद किते पढ़ियां होण या नहीं पढ़ियां, मैं कोशिश करांगा जे किते मैनूं मिले तो मैं तुहानूं कहां पढ़िया जी। साधु सुंदर सिंह कहंदा जब मैं जंगल दे विच प्रार्थना कर रहा सी, सिख परिवार के विचों बाहर कढ़िया गया व्यक्ति यीशु मसीह ने मुलाकात की और प्रचार करता 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 जब जंगलों में चला जाता रहा है तो कहता जब मैं जंगल च प्रचार प्रार्थना कर रहा सी कि प्रभु मेरे कुछ सवाल है, सवालों का जवाब दे। तो कहता एक व्यक्ति मेरे को आया, जब मैं प्रार्थना कर उठा तो कहता सोहना सुरखा उच्चा लम्मा गभरू जवान व्यक्ति मेरे वाल तुरया हुए, उसने आके कहा इस सुंदर सिंह तू बड़ी भक्ति की है, यही भक्ति जे तू किसी गिरजे के अंदर किसी होर धार्मिक स्थान के अंदर किसी संस्था के अंदर की होंगी तो अज तेरा नाम बहुत उच्चा होगा। हालेलुया हालेलुया। जब ने कहा साधु सुंदर सिंह ने क्या कहता, मैं समझ गया कि ये शैतान हो गया। यस। कहता हे शैताना मेरे को दूर चला जा। हालेलुया हालेलुया। कहता मैं फिर प्रार्थना की, मैं कहा प्रभु मैं तेनू बुलाया सी पर तू शैतान को क्यों भेज दिया? और कहता फिर जो दूसरी बार में उठा एक बड़ा माड़ा जा निर्बल जा व्यक्ति कोमल चेहरे वाला कहता भलीन जा दूरों तुरया आवे तो कहता जब उसने मेरे लागे आया तो मैंने कहता सुंदर सिंह तू कुछ मैंने की पूछना चाहता? हालेलुया हालेलुया। कहता मैं पहचान गया कि ये मेरा प्रभु है। कहता उन्होंने पत्थर ते भालिया ते आप उहदे पैरां 'च बैठा ते फिर उन्हें जो सवाल जवाब हुए उन्हें उस किताब से लिखे कि सवाल पूछा कि प्रभु ने जवाब दिता। किताब का नाम है पहली किताब है प्रभु के चरणों में। हालेलुया। उस किताब को पढ़ा हुआ है और साधु सुंदर से कहता है कि मैंने उस जो शैतान ने कहा कि तू तेरा बड़ा उच्चा नाम होना सी जे किसी संस्थागत गुरुद्वारे मंदिर या गिरजे के अंदर तू इन्हां चीज़ों की भक्ति करता। अज लोग फेमस होना चाहते हैं, अपना नाम करना चाहते हैं, जिमें और राजा निमरोद सी जिसने उच्चा बुर्ज बना के अपना नाम करना चाहा। निमरोद उसने कहा कि जे फिर नूह नबी ने तूफान वर्गा तूफान आवेगा तो असं यहो जे बुर्ज से चढ़ जाएंगे जितों तक पानी पहुंच ही नहीं सकता। बाइबल बयान करती है, उत्पत्ति किताब शायद 10वां 11वां अध्याय है, बाइबल बयान करती है कि परमेश्वर उतरिया हेठा उसने देखा कि लोग एक मन हैं तो परमेश्वर ने कहा कि जरूर अपने मकसद में कामयाब हो जाएंगे। हालेलुया। जिथे लोग एक मन होते हैं चाहे वो काम गलत भी होवे ਉਹਦੇ ਵਿੱਚ कामयाब हो जाते हैं। ਤੇ ਜੇ गलत काम करने के लिए एक मन होना बड़ा जरूरी है
ਤੇ ਫਿਰ ਪਰਮੇਸ਼ਵਰ ਦੇ ਕੰਮ ਨੂੰ ਕਰਨ ਲਈ ਵੀ ਇੱਕ ਮਨ ਹੋਣਾ ਬੜਾ ਜ਼ਰੂਰੀ ਹੈ। ਹਾਲੇਲੂਇਆ। ਹਾਲੇਲੂਇਆ। ਔਰ ਅੱਜ ਅਸੀਂ ਇੱਕ ਮਨ, ਇੱਕ ਵਿਚਾਰ, ਇੱਕ ਜਾਨ ਨਹੀਂ ਹੁੰਦੇ। ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਇੱਦਾਂ ਦਾ ਬੁਰਜ ਬਣਾਈਏ, ਜਦ ਫਿਰ ਕਬਲ ਆਏਗੀ ਕਿ ਅਸੀਂ ਉਸ ਬੁਰਜ ਤੇ ਚੜ੍ਹ ਜਾਣਾ ਤੇ ਪਾਣੀ ਨਾ ਰਹਿ ਜਾਏਗਾ। ਔਰ ਪਰਮੇਸ਼ਵਰ ਨੇ ਕੀ ਕੀਤਾ? ਪਰਮੇਸ਼ਵਰ ਵੇਖ ਰਿਹਾ ਸੀ ਕਿ ਇਹ ਮੇਰੀ ਯੋਜਨਾ ਦੇ ਵਿਰੁੱਧ ਵਧਾ ਰਹੇ ਹਨ। ਹਾਲੇਲੂਇਆ। ਪਰਮੇਸ਼ਵਰ ਨੇ ਉਹਨਾਂ ਦੀ ਬੋਲੀ 'ਚ ਵਿਗਾੜ ਪਾਤਾ। ਉਹ ਇੱਕ ਦੂਸਰੇ ਦੀ ਬੋਲੀ ਸਮਝ ਨਹੀਂ ਸੀ ਪਾ ਰਹੇ ਤੇ ਉਹ ਬੁਰਜ ਬਣਨਾ ਉੱਥੇ ਹੋ ਗਿਆ। ਹਾਲੇਲੂਇਆ। ਤੇ ਜਿਹਨੂੰ ਆਪਣੀਆਂ ਬੋਲੀ ਰਾਜੀ ਦੀ ਨਦੀ ਉਹਨੂੰ ਲੈ ਕੇ ਲਾਭੇ ਮਿਲਾ ਉੱਥੋਂ ਵੱਖ-ਵੱਖ ਬੋਲੀਆਂ ਧਰਤੀ ਉੱਤੇ ਬਣ ਗਈਆਂ। ਇਸ ਤੋਂ ਪਹਿਲਾਂ ਧਰਤੀ ਉੱਤੇ ਇੱਕੋ ਹੀ ਬੋਲੀ ਸੀ। ਹਾਲੇਲੂਇਆ। ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਤੂੰ ਉਹਦੇ ਵਚਨਾਂ ਵਿੱਚ ਕੁਝ ਨਾ ਵਧਾ, ਕਿਤੇ ਆਉ ਨਾ ਹੋਵੇ ਉਹ ਤਾੜੇ ਤੇ ਤੂੰ ਝੂਠਾ ਨਿਕਲੇ। ਅਸੀਂ ਆਪਣੀ ਸਮਝ ਨਾਲ ਬਾਈਬਲ ਦਾ ਤਰਜਮਾ ਨਾ ਕਰੀਏ। ਅਸੀਂ ਆਪਣੀ ਸਮਝ ਦੇ ਨਾਲ ਬਾਈਬਲ ਕਹਿੰਦੀ ਹੈ ਕਿ ਉਹਦੇ ਆਉਣ ਤੱਕ ਤੁਸੀਂ ਕੀ ਕਰੋ? ਇਕੱਠੇ ਹੋਣਾ ਨਾ ਛੱਡੋ। ਜਦ ਤੱਕ ਪਰਮੇਸ਼ਵਰ ਦੁਬਾਰਾ ਆ ਨਹੀਂ ਜਾਂਦਾ, ਤੁਸੀਂ ਇੱਕ ਦੂਸਰੇ ਨਾਲ ਇਕੱਠੇ ਹੋਣਾ, ਯਾਨੀ ਕਿ ਸੰਗਤੀ ਕਰਨੀ ਨਾ ਛੱਡੋ। ਤੇ ਲੋਕ ਕੁਝ ਇਹੋ ਜਿਹੇ ਹਨ ਜਿਹੜੇ ਇਹਨਾਂ ਚੀਜ਼ਾਂ ਦਾ ਪ੍ਰਚਾਰ ਕਰਦੇ ਹਨ ਕਿ ਸਾਨੂੰ ਹੁਣ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ, ਚਰਚ ਲਾਉਣ ਦੀ ਜ਼ਰੂਰਤ ਨਹੀਂ, ਸਮਾਂ ਖਤਮ ਹੋ ਗਿਆ। ਹਾਲੇਲੂਇਆ। ਲੋਕ ਇਹ ਗੱਲਾਂ ਦਾ ਪ੍ਰਚਾਰ ਕਰ ਰਹੇ ਹਨ ਅਨਸੁਣੇ ਸਪੀਚ ਦੇ ਅੰਦਰ ਕਿ ਸਮਾਂ ਖਤਮ ਹੋ ਗਿਆ ਹੈ, ਹੁਣ ਸਾਨੂੰ ਚਰਚ ਲਾਉਣ ਦੀ ਜ਼ਰੂਰਤ ਨਹੀਂ, ਹੁਣ ਸਾਨੂੰ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ, ਹੁਣ ਤੇ ਬਸ ਸਮਾਂ ਖਤਮ ਹੋ ਗਿਆ। ਪਰ ਨਹੀਂ, ਅਖੀਰਲੇ ਦਿਨ ਤੱਕ ਜੋ ਹੈ ਉਹ ਪ੍ਰਚਾਰ ਇਦਾਂ ਹੀ ਚੱਲਦਾ ਰਹੇਗਾ। ਹਾਲੇਲੂਇਆ। ਹਾਲੇਲੂਇਆ। ਲੋਕ ਇੱਥੋਂ ਤੱਕ ਕਿ ਰੈਪਚਰ, ਜਿਹੜੇ ਲੋਕ ਜਿਉਂਦੇ ਜੀ ਧਰਤੀ ਤੋਂ ਉਠਾਏ ਜਾਣੇ ਹਨ, ਰੈਪਚਰ ਵੀ ਹੋ ਜਾਏਗਾ ਤਦ ਵੀ ਲੋਕ ਧਰਤੀ ਤੇ ਪ੍ਰਚਾਰ ਜਾਰੀ ਰੱਖਣਗੇ। ਉਹਨਾਂ ਨੂੰ ਨਹੀਂ ਪਤਾ ਲੱਗੇਗਾ ਕਿ ਰੈਪਚਰ ਹੋ ਚੁੱਕਿਆ ਹੈ। ਇਹਨਾਂ ਨੂੰ ਗੁਪਤ ਦੇ ਵਿੱਚ ਹੋਵੇਗਾ, ਇੰਨੀ ਘੱਟ ਗਿਣਤੀ ਦੇ ਵਿੱਚ ਹੋਵੇਗਾ ਕਿ ਉਹਨਾਂ ਨੂੰ ਵੀ ਪਤਾ ਨਹੀਂ ਲੱਗੇਗਾ ਕਿ ਰੈਪਚਰ ਹੋ ਗਿਆ। ਹਾਲੇਲੂਇਆ। ਬਸ ਇਹ ਹੈ ਕਿ ਕੁਛ ਇੱਕ ਲੋਕਾਂ ਦੀ ਗੁੰਮਸ਼ੁਦਾ ਦੀ ਰਿਪੋਰਟ ਜਿਹੜੀ ਹੈ ਉਹ ਦਿਖਾਈ ਜਾ ਸਕਦੀ ਹੈ ਕਿ ਫਲਾਣਾ ਬੰਦਾ ਗੁੰਮ ਹੋ ਗਿਆ। ਤੇ ਨਬੀ ਕਹਿੰਦਾ ਕਿ ਕੀ ਹੋਵੇ, ਅੱਜ ਤੋਂ ਨਬੀ 50 ਸਾਲ ਪਹਿਲਾਂ ਇਹ ਗੱਲ ਕਰਦਾ ਕਿ ਕੀ ਹੋਵੇ ਜੇ ਪੂਰੀ ਦੁਨੀਆ ਦੇ ਵਿੱਚ 500-700 ਲੋਕ ਗਾਇਬ ਵੀ ਹੋ ਜਾਣ। ਪਤਾ ਲੱਗੇਗਾ ਤੈਨੂੰ ਰੈਪਚਰ ਹੋ ਗਿਆ। ਤੇ ਜੇ ਅੱਜ ਅਸੀਂ 50 ਸਾਲ ਬਾਅਦ ਕਹੀਏ ਕਿ ਜਨਸੰਖਿਆ ਬੜੀ ਵੱਧਦੀ ਹੋਵੇਗੀ, ਪਾਪੂਲੇਸ਼ਨ ਡਬਲ ਹੋ ਗਈ ਹੋਏਗੀ, ਤੇ ਅਸੀਂ ਅੰਦਾਜ਼ਾ ਲਾ ਲਈਏ ਕਿ ਜਦੋਂ 500-700 ਕਿਹਾ ਤੇ 1000-1200 ਕਹਿ ਲਈਏ ਤੇ ਕੀ ਹੋਵੇਗਾ ਜੇ ਸਾਰੀ ਦੁਨੀਆ ਦੇ ਵਿੱਚੋਂ 2000 ਬੰਦਾ ਵੀ ਮਾਰਿਆ ਜਾਏ ਤਾਂ ਵੀ ਲੋਕਾਂ ਨੂੰ ਮਹਿਸੂਸ ਨਹੀਂ ਹੋਵੇਗਾ। ਇੱਕ ਬੰਦਾ ਗੁਰਦਾਸਪੁਰ ਚੋਂ, ਇੱਕ ਬੰਦਾ ਪਠਾਨਕੋਟ ਚੋਂ, ਇੱਕ ਬੰਦਾ यूपी चो, एक बिहार चो, एक अमरीका चो, एक इंग्लैंड चो जे गुआच भी गया, अलोप भी हो गया, तो किसी को पता नहीं लगेगा कि रैप्चर होया। हालेलुया। इस करके जे असीं रैप्चर करना चाहते हाँ, सानूं बाइबल कहती है ਉਹਦੇ ਬਚਨਾਂ ਵਿੱਚ ਕੁਝ ਵੀ ਵਧਾ ਨਾ ਤੇ ਨਾ ਕੁਝ ਘਟਾ ਕੇ ਐਵੇਂ ਹੋਵੇ ਕਿ ਪਰਮੇਸ਼ਵਰ ਤੁਹਾਨੂੰ ਕੋਸ਼ਿਸ਼ ਕਰੇ ਕਿ ਤੁਸੀਂ ਕੀ ਦੇਖ ਲਓ, ਤੁਹਾਡੇ ਕੋਲ ਜਵਾਬ ਨਾ ਹੋਵੇ। ਕੀ ਮੇਰੀ ਗੱਲ ਸਮਝ ਰਹੇ? ਹਾਲੇਲੂਇਆ। ਸੋ ਜਿੱਥੇ ਵੀ ਤੁਸੀਂ, ਤੁਹਾਨੂੰ ਕਦੇ ਵੀ ਸੰਗਤ ਕਰਨ ਦਾ ਮੌਕਾ ਮਿਲੇ, ਕਿਤੇ ਵੀ ਕਿਸੇ ਹੋਰ ਚਰਚ ਦੇ ਵਿੱਚ, ਕਿਸੇ ਹੋਰ ਘਰ ਦੇ ਵਿੱਚ ਜੋ ਪ੍ਰਚਾਰਿਆ ਜਾਂਦਾ ਆ ਉਸ ਨੂੰ ਵੇਖੋ, ਜੋ ਦਿਖਾਇਆ ਜਾਂਦਾ ਆ ਉਸ ਨੂੰ ਜਾਂਚੋ ਵੀ ਕੀ ਇਹ ਬਾਈਬਲ ਦੇ ਨਾਲ ਮੇਲ ਖਾ ਰਹੀਆਂ ਗੱਲਾਂ ਹਨ। ਹਾਲੇਲੂਇਆ। ਅੱਜ ਅੱਛਾ ਇੱਕ ਗੱਲ ਹੈ, ਲੋਕ ਕਹਿੰਦੇ ਜੀ ਪ੍ਰਭੂ ਯਿਸੂ ਜੀ ਅੰਦਰੋਂ ਬਦਲਦਾ ਬੰਦੇ ਨੂੰ, ਬਾਹਰੋਂ ਜਿੱਦਾਂ ਮਰਜ਼ੀ ਹੋਵੇ। ਹਾਲੇਲੂਇਆ। ਜੇ ਅੰਬ ਜਾਂ ਸੇਬ ਜਾਂ ਕੋਈ ਫਲ ਅੰਦਰੋਂ ਪੱਕਾ ਹੋਵੇ ਕਿ ਬਾਹਰ ਨਜ਼ਰ ਨਹੀਂ ਆਉਂਦਾ ਕਿ ਪੱਕਾ ਹੈ। ਯੈਸ। ਹਾਂਜੀ। ਤੇ ਜੇ ਉਹ ਅੰਦਰੋਂ ਕੱਚਾ ਤੇ ਬਾਹਰੋਂ ਵੀ ਪਤਾ ਲੱਗੇਗਾ ਕਿ ਇਹ ਕੱਚਾ ਹੈ। ਲੋਕ ਸਟੇਜਾਂ ਤੇ ਚੜ੍ਹ ਕੇ ਪ੍ਰਚਾਰ ਕਰਦੇ, ਦੌੜੇ ਕੱਢ ਕੇ
स्किन टाइट कपड़े पा के अपने शरीर के सारे अंगों का प्रदर्शन करते हुए प्रचार करके चर्च के विच और लोगों को दसणगे कि परमेश्वर अंदरों ही बदलता है। हालेलुया। बाहरों जिदा में मर्जी कपड़े पा लो और औरतां भी एक टीवी के चॉइस में आती सी उसके आजकल मैं कभी देखा नहीं, बहुत देर पहला मैं सुनता था मैं एडे लम्बे कांटे पाए हुए बोधे कटे मुंह लाल मुंह से ना लाल होता है ते तंग जी पजामी पाई होती है, कई बार एडी स्कर्ट पाई होती है और गद्दा नंगियां ही होंदियां स्कर्ट पाई हुई है शॉर्ट साफ पता लगता है कि एक बदलू बोल रही है। हालेलुया। पर लोग अन्य वाह पीछे तुरे हुए हैं। लोग बाइबल पढ़ते ही नहीं कि बोलती की कहती है ते इतना मेल खाता भी है हस अच्छा अद्धियों बात ਉਹਦੇ ਚ ਹਾਸਾ ਹੀ ਹੁੰਦਾ ਉਹਦੀਆਂ ਗੱਲਾਂ ਦੇ ਉਹ ਹੱਸ ਕੇ ਤਾੜੀਆਂ ਮਾਰਦੇ पर परमेश्वर का वचन कहता है कि ना ये कुछ घटा के ना ये कुछ घटा। हालेलुया। और परमेश्वर अपने लोगों को वचन के अंदर ही बरकत देता। जे तुहानू वचन के बाहरों रह के बरकत मिल रही है तो फिर बरकत परमेश्वर को नहीं है। तुसीं कहो भी शैतान भी बरकत दिंदा है, मैं कहना बहुत ज्यादा बरकत है। हालेलुया। शैतान यीशु मसीह को आया और उसने क्या सारी धरती का उन्हें नजारा यीशु मसीह को दसिया LCD लगा के एक दृश्य दिखाता कि आप एक दुनिया के सब तो महंगे महंगे हीरे व्हाइट हाउस ते सब तो वधिया इटली का वैटिकन सिटी सब कुछ उन्हें बता के यीशु मसीह ने कहा तुम माड़ा जिहा झुक के सिजदा कर दे ये सारा कुछ मैं तेनू दे देंगा। पढ़िया बाइबल अंदर कि नहीं? यस। मत्ती दी इंजील अंदर, लूका दी इंजील अंदर, सारी इंजीलां च शैतान 3 बार यीशु मसीह को कहा। पहली बार उसने कहा जब यीशु ने वरत रखा उसने कहा कि इन्हां पत्थरों को कह तुम रोटी बन जाए। यीशु ने कहा तुम केवल रोटी नाल जीविका नहीं लगेगा। फिर उसने कदे कींदरे ते लैके उन्हें कहा थले अपने आप को छाल मार दे परमेश्वर अपने दूतां को घल्लेगा तेन चुक लैके तेन सट नहीं लगन देंगे। तो यीशु ने कहा वचन च भी लिखा है कि तू अपने परमेश्वर पिता का नाम पढ़ता। फिर तीसरी बार यीशु को एक पहाड़ पे लै गया तो फिर एक सारी दुनिया का जो सवाल दसिया उसको क्या कि मैनू माड़ा जिहा झुक के सिजदा कर दे ते मैं तेनों ये सारी कायनात दे देंगा। तो यीशु ने कहा ये शैतान मेरे को दूर चला। हालेलुया। हालेलुया। अज शैतान तुहानू वध बरकतां दे सकता है। यीशु मसीह तो वध बरकतां दिंदा है। क्यों? क्योंकि वो लोग उत्थे बच जाते बस बरकत तक सीमित हो जाती। हाँ जी अभी तो पुरानी चर्च गए वाड़ा तो बड़ा ठीक हो गया जी होना चाहिए। साड़ी कुड़ी का रिश्ता उत्थे हो गया जी बड़ा वधिया हो गया। वाड़ा जी चंगा काम मिल गया जी साढ़े लिए वो पास्टर करा वो रब ही है जी उत्थे सीमित रहन इसे करके उत्थे बरकत लोग उन्होंने निकल के गांव जीवन की गल ही ना कर जीवन के अंदर प्रवेश करने की गल ही ना कर। क्यों? क्योंकि जीवन के अंदर प्रवेश करने के लिए कि बड़ा यत्न करना पैना तंग है वो राह फिर कोई गिरना ही उधर चल सकता। हालेलुया। तो लिखा मोकला है वो फाटक जो नरक में जाता है ते तंग ते सोड़ा है वो राह जो स्वर्ग में जाता है। ਵੱਡੀਆਂ ਭੀੜਾਂ ਹਾਲੇਲੂਇਆ 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 ਕਹਿੰਦੀਆਂ ਨਰਕ ਚ ਜਾ ਰਹੀਆਂ ਹਨ ਤੇ ਛੋਟਾ ਝੁੰਡ ਹਾਲੇਲੂਇਆ ਹਾਲੇਲੂਇਆ ਕਹਿੰਦਾ ਸਵਰਗ ਰਾਜ ਪ੍ਰਵੇਸ਼ ਕਰੇਗਾ। ਹਾਲੇਲੂਇਆ ਹਾਲੇਲੂਇਆ। ਕੀ ਮੇਰੀ ਗੱਲ ਸਮਝਦੇ? यस आमीन। परमेश्वर का वचन कहता है कि मैं तेनू कदे नहीं छड्डांगा। परमेश्वर का वचन कहता है राही भावें मूर्ख भी होवे तो राही नहीं पएगा। पर गल की है संपूर्ण वचन नू विश्वास करना। हालेलुया। लोग पापियां दे मगर लगदे ने असीं प्रभु यीशु दे मगर लगना है। असीं संपूर्ण बाइबल असीं ये नहीं कहना कि बाइबल दे विच कोई चीज़ घट है नहीं। बाइबल संपूर्ण है जो बाइबल ने कह दिता वो अटल है इस तो आगे और कुछ भी नहीं है। हालेलुया।
ਹਾਲੇਲੂਇਆ संपूर्ण वचन की है परमेश्वर का वचन संपूर्ण ये सिखाता है कि ना डर ना घबरा मैं तुम कदे नहीं छड्डा ते लोग कहते यार उधर रब ने छड्ड दित्ता परमेश्वर का वचन सिखाता है कि निश्चय करने वाले लिए सब कुछ संभव है सब कुछ संभव है तुसी शैतान का सामना करो शैतान का खून तोड़ जाएगा हालेलुया परमेश्वर कहता तू ਉਹਦੇ ਵਚਨਾਂ 'ਚ ਕੁਝ ਨਾ ਬਤਾ ਕਿਤੇ ਆਪਾਂ ਨੂੰ ਦੇਖੀ ਪਰਮੇਸ਼ਵਰ ਦੇ ਤਾੜੇ ਤੇ ਤੂੰ ਘੱਟ ਗਈ ਹੋਰ ਸਾਪਣੇ ਕੀ ਕੀਤਾ ਸੀ ਪਰਮੇਸ਼ਵਰ ਨੇ ਕਿਹਾ ਆਦਮ ਔਰ ਉਸਦੀ ਪਤਨੀ ਨੂੰ ਕਿ ਤੁਸੀਂ ਬਾਗ ਦੇ ਸਾਰੇ ਵਿਰਸ਼ ਦੇ ਫਲ ਖਾ ਸਕਦੇ ਹੋ ਪਰ ਜਿਹੜਾ ਬਾਗ ਦੇ ਵਿਚਕਾਰ ਇੱਕ ਰੁੱਖ ਹੈ ਭਲੇ ਤੇ ਬੁਰੇ ਦੀ ਸਿਆਣ ਵਾਲਾ ਰੁੱਖ ਉਹਨੂੰ ਨਹੀਂ ਖਾਣਾ ਉਹਨੂੰ ਛੂਣਾ ਨਹੀਂ ਤੇ शैतान ने आके की किया शैतान ने खुदा हटा दिता उन्हें क्या ਤੁਹਾਨੂੰ पता है कि परमेश्वर ने ਤੁਹਾਨੂੰ किया है कि ਤੁਸੀਂ फल ना खाओ क्या हाँ पता है और तुम्हें क्या पता है हम कहते हैं ये पता कि क्यों मना किया और खुदा कहना कि गल ਨੂੰ ऐड करता कि ਤੁਹਾਨੂੰ पता नहीं क्यों मना किया उन्हें क्या नहीं जिद्दन ਤੁਸੀਂ ਉਸ ਫਲ ਨੂੰ ਖਾ ਲੋਗੇ ਤੁਸੀਂ ਪਰਮੇਸ਼ਵਰ ਵਰਗੇ ਹੋ ਜਾਓਗੇ ਤੁਸੀਂ ਪਰਮੇਸ਼ਵਰ ਦੀ ਸਿਆਣ ਵਿੱਚ ਪਰਮੇਸ਼ਵਰ ਵਰਗੇ ਹੋ ਜਾਓਗੇ ਤੇ ਫਿਰ ਉਹ ਨਹੀਂ ਚਾਹੁੰਦਾ ਕਿ ਤੁਸੀਂ ਇਸ ਫਲ ਨੂੰ ਖਾਓ ਤੇ ਚਲੋ ਉਹ ਕਹਿੰਦੇ ਗੱਲ ਹੀ ਬੜੀ ਵਧੀਆ ਦੱਸਦੀ ਹੈ ਉਹਨੇ ਛੇਤੀ ਨਾਲ ਜਾ ਕੇ ਉਸ ਫਲ ਨੂੰ ਖਾਧਾ ਹਾਲੇਲੂਇਆ ਇਹ ਇੱਕ ਚਿੰਨ੍ਹ ਦੇ ਰੂਪ ਵਿੱਚ ਹੈ ਕਿ ਉਹ ਫਲ ਕੀ ਸੀ ਇੱਕ ਵੱਖਰਾ ਵਿਸ਼ਾ ਤੁਸੀਂ ਸਾਰੇ ਇਸ ਗੱਲ ਨੂੰ ਜਾਣੋ ਪਰ ਜਿਹੜੀ ਅਸਲੀ ਗੱਲ ਹੈ ਉਹ ਇਹ ਹੈ ਕਿ ਵਚਨ ਨੂੰ ਵਧਾ ਘਟਾ ਦਿੱਤਾ ਤੇ ਜਦ ਵਚਨ ਨੂੰ ਵਧਾ ਘਟਾ ਦਿੱਤਾ ਗਿਆ ਤੇ ਉੱਥੇ ਮੌਤ ਆਵੇ ਜਿਹੜੀ ਕਿ ਅੱਜ ਤੱਕ ਪਰਮੇਸ਼ਰ ਨੇ ਕਦੀ ਵੀ ਮੌਤ ਨਹੀਂ ਬਣਾਈ ਸੀ ਪਰਮੇਸ਼ਰ ਨੇ ਜੀਵਨ ਹੀ ਬਣਾਇਆ ਮੌਤ ਜਿਹੜੀ ਹੈ ਉਹ ਪਰਮੇਸ਼ਰ ਦੀ ਯੋਜਨਾ ਨਹੀਂ ਸੀ ਪਰ ਉੱਥੇ ਮੌਤ ਆ ਗਈ ਔਰ ਥੋੜੀ ਹੌਲੀ ਤੁਸੀਂ ਦੇਖਦੇ ਹੋ ਕਿ ਅੱਜ ਉਸ ਮੌਤ ਦੇ ਨਾਲ ਬਿਮਾਰੀਆਂ ਪਰੇਸ਼ਾਨੀਆਂ ਦੁੱਖ ਤਕਲੀਫ ਨਫ਼ਰਤ ਗੁੱਸਾ ਹਸਦ ਸਭ ਚੀਜ਼ਾਂ ਸਾਡੇ ਅੰਦਰ ਪਾਈਆਂ ਹਨ ਹਾਲੇਲੂਇਆ ਇਸ ਲਈ ਵਚਨ ਕਹਿੰਦਾ ਹੈ ਕਿ ਉਹਦੇ ਵਚਨਾਂ ਵਿੱਚ ਕੁਝ ਨਾ ਵਧਾ ਜੇ ਵਚਨ 'ਚ ਲਿਖਿਆ ਕਿ ਪ੍ਰਾਰਥਨਾ ਕਰਨ ਵਾਲੇ ਕਰਕੇ ਵਿਸ਼ਵਾਸ ਕਰੋ ਜੋ ਪ੍ਰਾਰਥਨਾ 'ਚ ਮੰਗਿਆ ਤੁਹਾਨੂੰ ਮਿਲ ਜਾਵੇਗਾ ਤੇ ਫਿਰ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਹੋਵੇਗਾ फिर प्रार्थना करके शक ना करो फिर केवल विश्वास करो प्रार्थना करके केवल की करो विश्वास करो सब कुछ संभव है सब कुछ संभव है हालेलुया हालेलुया पहाड़ों में पानी कहां बरस सकता है प्रभु यीशु के नाम से आमीन यीशु ने क्या जे तू पहाड़ को कहे कि तू उठ के चल भी समुद्र ਤੇ ਚਲਾ ਜਾਏ ਹਾਲੇਲੂਇਆ ਪਹਾੜ ਕੀ ਹੈ ਇੱਕ ਵੱਡੀ ਮੁਸੀਬਤ ਹੈ ਵੱਡੀ ਬਿਮਾਰੀ ਹੈ ਵੱਡੀ ਪਰੇਸ਼ਾਨੀ ਹੈ ਵੱਡੀ ਟੈਨਸ਼ਨ ਹੈ ਔਰ ਯਿਸੂ ਨੇ ਕਿਹਾ ਇਸ ਟੈਨਸ਼ਨ ਨੂੰ ਇਸ ਵੱਡੀ ਬਿਮਾਰੀ ਨੂੰ ਇਸ ਟਾਈਫਾਈਡ ਨੂੰ ਇਸ ਟੈਨਸ਼ਨ ਨੂੰ ਇਸ ਡਿਪਰੈਸ਼ਨ ਨੂੰ ਕਿਹਾ ਕਿ ਇਸ ਜਗ੍ਹਾ ਤੋਂ ਉੱਠ ਕੇ ਦੂਰ ਚਲਾ ਹਾਲੇਲੂਇਆ ਜੋ ਚਲਾ ਜਾਏ ਹਾਲੇਲੂਇਆ ਕਿਉਂਕਿ ਇਹ ਆ ਜਾ ਕੇ ਸ਼ੈਤਾਨ ਦਾ ਮੁਖੀ ਹੈ ਹਾਲੇਲੂਇਆ ਹਾਲੇਲੂਇਆ तो परमेश्वर के वचन में कुछ बढ़ाना नहीं कुछ घटाना नहीं अज बहुत सारे लोग बढ़ा घटा के प्रचार कर रहे हैं और मान रहे हैं और लोगों को गलत सिखा रहे हैं लिखा असी एक सबूत है सबूत नंबर 23 है शायद यहोवा मेरा चरवाहा है मुझको कमी ना होगी लिखा वो मैंने हरी हरी घास चरा गाइयां को लै जाता है परमेश्वर की कहा है परमेश्वर अपनी भेड़ों को हरा हरा चारा खिलाता है ताजा जिन्ना खा के तंदुरुस्ती मिलती है जीवन च तरक्की होती है पर अज के चरवाहे बस सड़िया गलिया तूड़ी सुक्या चारा जिहड़ा है पुरानियां गल्लां जो बस एवें मनुखी बुद्ध दे नाल भरियां होईयां हन उही सिखाई जांदे हैं कि परमेश्वर अज प्रकाशन नहीं दिंदा परमेश्वर आज भी सिखाता है परमेश्वर आज भी नवा प्रकाशन दे सकता है हालेलुया हालेलुया पर लोग वही बस जिन्ना मिलिया हुआ है जिन्ना
ਆ ਗਿਆ ਉਹਨੇ ਤੁਸੀਂ ਰੋਜ਼ ਰੋਜ਼ ਰਿਪੀਟ ਕਰੀ ਜਾਂਦੇ ਹੋ। ਹਾਲੇਲੂਇਆ। ਹਾਲੇਲੂਇਆ। तो की करना है परमेश्वर के वचन को घटाना घटाना नहीं है। जो बाइबल ने किया है इसका प्रकाशन प्रभु खुद दिंदा है। तुसी बाइबल पढ़ो, तुसी प्रार्थना च बैठो कि प्रभु ये गल समझ नहीं लगी तो समझा, तो तुहानू आपे प्रकाशन मिलेगा, तुहानू आपे समझ मिलेगी और तुसी कहोगे कि आह एक गल ही बड़ी वधिया मेरे दिमाग च प्रभु की बात है। लोग अज विखावा करते हैं, गल्लां नूं ਵਧਾ ਘਾ के पेश करते हैं कि लोग भीड़ आ जाए साडे कोल। अज जिथे भीड़ वधदी है ना उत्थे तुसीं एक प्रचार करते हो कि भैणों चर्च दे विच तुसीं पजामियां पा के नहीं आउणा, चर्च दे विच तुसीं प्लाजो पजामे पा के नहीं आउणा, चर्च दे विच तुसीं पैंटां पा के नहीं आउणा, भैणों चर्च दे विच तुसीं लिपस्टिकां ला के नहीं आउणा, तुसी काने वालियां जे वो पा के नहीं आना, कि तुहाडा चर्च 90% खाली हो जाएगा। यस। हालेलुया। हालेलुया। 90% खाली हो जाएगा। और बहुत सारे लोग कहते देखो, बहुत सारे तुसी अब्दुल मुंडे को देखिया होना, उहदी घर दी को देखो, उन्हें भी फैशन किया होता है। होर तुसी कई प्रचार को देखो, औरतां प्रचार को देखो, भाई प्रचार को देखो, तुसी जेड़े बस ऐवी कई कई चीज़ां जिहड़ियां मैं कुछ बरीकियां गल्लां जिहड़ियां ओपनली नहीं बोलियां जा सकदियां, पर वो बाइबल नाल मेल नहीं खांदियां, पर लोग उन्हां चीज़ां नूं अपने जीवन च नहीं करदे। हालेलुया। हालेलुया। सो इस करके ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਪ੍ਰਭੂ ਨੇ ਸਾਨੂੰ ਅਗਲੇ ਦਿਨਾਂ ਦੇ ਵਿੱਚ ਏਰੀਆ ਵੀ ਦਿੱਤਾ ਹੈ, ਪ੍ਰਕਾਸ਼ ਦੀ ਪੋਥੀ 10 ਅਧਿਆਇ 7 ਆਇਤ ਵਾਲਾ ਗਰੂਪ ਦਿੱਤਾ ਹੈ, ਜਿਸ ਨੇ ਸਾਰੀ ਬਾਈਬਲ ਨੂੰ ਮੁੜ ਤੋਂ ਬਹਾਲ ਕੀਤਾ ਹੈ ਔਰ ਸਾਰੀਆਂ ਮਿਸ਼ਨਾਂ ਜਥੇਬੰਦੀਆਂ ਦੀ ਗਲਤ ਤਾਲੀਮ ਵਿੱਚੋਂ ਸਾਨੂੰ ਬਾਹਰ ਕੱਢਿਆ। ਹਾਲੇਲੂਇਆ। ਹਾਲੇਲੂਇਆ। ਅੱਜ ਲੋਕ ਆਪਣੇ ਆਪ ਨੂੰ ਪੈਂਟੀਕਾਸਟਲ ਕਹਿੰਦੇ ਨੇ, ਪਰ ਜਿਹੜਾ ਪੈਂਟੀਕਾਸਟਲ ਦਿਨ ਦਾ ਬਪਤਿਜ਼ਮ ਆ ਉਸ ਨੂੰ ਮੰਨਦੇ ਹੀ ਨਹੀਂ। ਹਾਲੇਲੂਇਆ। ਪੈਂਟੀਕਾਸਟਲ ਦਿਨ ਜਿਹੜਾ ਪੈਂਟੀਕੋਸਟ ਦਾ ਦਿਹਾੜਾ ਸੀ, ਉਸ ਵੇਲੇ ਬਪਤਿਸਮਾ ਕਾਹਦੇ ਨਾਮ ਚ ਡਿਕਲੇਅਰ ਹੋਇਆ? ਪਤਰਸ ਨੇ ਕਿਹਾ ਕਿ ਭਾਈਓ ਤੋਬਾ ਕਰੋ ਤੇ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਦੇ ਨਾਮ ਤੋਂ ਬਪਤਿਸਮਾ ਲਓ। ਤੇ ਜਿਹੜੇ ਆਪਣੇ ਆਪ ਨੂੰ ਪੈਂਟੀਕਾਸਟਲ ਕਹਿੰਦੇ, ਉਹ ਪੈਂਟੀਕੋਸਟ ਦੇ ਦਿਨ ਦੇ ਬਪਤਿਸਮੇ ਨੂੰ ਮੰਨਦੇ ਨਹੀਂ। ਉਹ ਕਹਿੰਦੇ ਜੀ ਅਸੀਂ ਯਿਸੂ ਦੀ ਗੱਲ ਮੰਨਦੇ ਹਾਂ, ਅਸੀਂ ਚੇਲੇ ਦੀ ਗੱਲ ਨਹੀਂ ਮੰਨਦੇ। ਪਰ ਇਹ ਨਹੀਂ ਪਤਾ ਕਿ ਚੇਲਾ ਹੀ ਕਾਹਦਾ ਜਿਹੜਾ ਆਪਣੇ ਗੁਰੂ ਦੀ ਗੱਲ ਨਹੀਂ ਮੰਨਦਾ। इस करके बहुत सारी गल्लां का बगाड़ किया गया है और लिखा भी एक तीनी ने 3 सिर आटे च खमीर मिलाया ते सारी तौण खमीरी कर दी। ये पूरी बाइबल को खमीरा कर दिया गया, पर साढ़े नबी इब्राहिम के द्वारा सब कुछ मुड़ तो बहाल किया गया है और इस बहाली के द्वारा मुक्ति का जीवन साढ़े अंदर आया है। हालेलुया। सच्चा संदेश, सच्चाई का संदेश साडे जीवन च आया है और असीं इस कबूल करके अपने आप को बहुत खुशकिस्मत समझते हैं। सो अगला समा जो है असीं अपने आप को प्रभु के हाथ लईए और यही मानना है कि असीं बाइबल की हाँ कोई गल निजी तौर पर साडे वल्लों पूरी की जाती है या नहीं की जाती, ये साडा व्यक्तिगत मसला है, पर असीं हर एक गल नूं ही विश्वास नाल मनना है। हालेलुया। ये नहीं कहना नहीं जी आह गल तो बाइबल च एवं लिखी गई, कुछ भी एवं नहीं लिखा गया, सब कुछ पवित्र आत्मा के द्वारा लिखाया गया। प्रभु का सब बरकत करे और उसी प्रार्थना करें।